ਬਹੁਤ ਪਹਿਲਾਂ ਤੋਂ ਹੀ ਮਨੁੱਖਾਂ ਨੇ ਸਿੱਖ ਲਿਆ ਸੀ ਕਿ ਸਮੂਹਾਂ ਵਿੱਚ ਰਹਿਣਾ ਉੱਚ ਪੱਧਰ ਦੀ ਸੁਰੱਖਿਆ ਅਤੇ ਕੁਦਰਤ ਦੇ ਖਤਰਿਆਂ ਤੋਂ ਬਚਣ ਦਾ ਇੱਕ ਵਧੀਆ ਤਰੀਕਾ ਹੈ। ਲੋਕਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਨੇ ਵੱਡੇ ਪਿੰਡ ਵਸਾਏ ਅਤੇ ਜਿਵੇਂ-ਜਿਵੇਂ ਸਮਾਂ ਬੀਤਿਆ, ਪਿੰਡ ਖੁਸ਼ਹਾਲ ਅਤੇ ਹਲਚਲ ਵਾਲੇ ਵੱਡੇ ਸ਼ਹਿਰਾਂ ਵਿੱਚ ਤਬਦੀਲ ਹੋ ਗਏ। ਸ਼ਹਿਰਾਂ ਦੀ ਰਾਖੀ ਲਈ ਲੋਕਾਂ ਨੇ ਉਹਨਾਂ ਦੇ ਦੁਆਲੇ ਵਿਸ਼ਾਲ ਦੀਵਾਰਾਂ ਬਣਾ ਲਈਆਂ। ਮਨੁੱਖਤਾ ਵਧੇਰੇ ਸੱਭਿਅਕ ਅਤੇ ਸੰਗਠਿਤ ਸਮਾਜਾਂ ਵੱਲ ਵੱਧਦੀ ਰਹੀ। ਪਰ ਸੰਸਾਰ ਵਿੱਚ ਅਜੇ ਵੀ ਅਜਿਹੇ ਲੋਕ ਸਨ ਜੋ ਇੱਕ ਖਾਨਾਬਦੋਸ਼ ਜੀਵਨ ਸ਼ੈਲੀ ਨੂੰ ਕਾਇਮ ਰੱਖਦੇ ਹੋਏ ਇੱਕ ਖਾਸ ਜਗ੍ਹਾ ਤੇ ਵਸਣ ਦੀ ਬਜਾਏ ਇੱਕ ਖੇਤਰ ਤੋਂ ਦੂਜੇ ਖੇਤਰ ਵਿੱਚ ਜਾਣ ਦੀ ਆਜ਼ਾਦੀ ਨੂੰ ਤਰਜੀਹ ਦਿੰਦੇ ਸਨ। ਮੰਗੋਲੀਆ ਦੇ ਦੂਰ ਦੁਰਾਡੇ ਦੇ ਮੈਦਾਨਾਂ ਵਿੱਚ ਬਹੁਤ ਸਾਰੇ ਖਾਨਾਬਦੋਸ਼ ਕਬੀਲਿਆਂ ਦਾ ਵਾਸ ਸੀ ਜੋ ਅਜੇ ਵੀ ਜੰਗਲੀ ਜਾਨਵਰਾਂ ਦੇ ਸ਼ਿਕਾਰ ਅਤੇ ਬੱਕਰੀ, ਭੇਡਾਂ ਦੀ ਖੇਤੀ ਤੇ ਜਿਉਂਦੇ ਰਹਿਣ ਦੇ ਉਸ ਸਧਾਰਨ ਜੀਵਨ ਢੰਗ ਨੂੰ ਕਾਇਮ ਰੱਖਦੇ ਸਨ। ਕਿਉਂਕਿ ਪਾਲਤੂ ਜਾਨਵਰਾਂ ਨੂੰ ਲਗਾਤਾਰ ਹਰੀਆਂ ਚਰਾਗਾਹਾਂ ਦੀ ਲੋੜ ਹੁੰਦੀ ਸੀ, ਇਸ ਲਈ ਹਮੇਸ਼ਾ ਨਵੀਆਂ ਚਰਾਗਾਹਾਂ ਦੀ ਭਾਲ ਵਿੱਚ ਉਹ ਇੱਕ ਥਾਂ ਤੋਂ ਦੂਜੀ ਥਾਂ ਸਫ਼ਰ ਕਰਦੇ ਰਹਿੰਦੇ ਸਨ। ਇਸ ਕਾਰਨ ਮੰਗੋਲਾਂ ਨੇ ਘਰ ਨਹੀਂ ਬਣਾਏ ਸਨ। ਉਹ ਅਸਥਾਈ ਕੈਂਪਾਂ ਵਿੱਚ ਰਹਿੰਦੇ, ਜਿਨ੍ਹਾਂ ਨੂੰ ਲੱਕੜ ਦਿਆਂ ਗੱਡਿਆਂ ਵਿੱਚ ਲੈ ਕੇ ਜਾਇਆ ਜਾ ਸਕਦਾ। ਇਸ ਤਰ੍ਹਾਂ ਪੂਰਾ ਕਬੀਲਾ ਇੱਕ ਉਪਜਾਊ ਜ਼ਮੀਨ ਤੋਂ ਦੂਜੀ ਤੇ ਆਸਾਨੀ ਨਾਲ ਸਫ਼ਰ ਕਰ ਸਕਦਾ ਸੀ। ਇਹਨਾਂ ਹਾਲਾਤਾਂ ਵਿੱਚ ਜ਼ਿੰਦਗੀ ਸੌਖੀ ਨਹੀਂ ਸੀ। ਹਰ ਪਰਿਵਾਰ ਨੂੰ ਝੌਂਪੜੀਆਂ ਦੇ ਅੰਦਰ ਇੱਕ ਤੰਗ ਜਗ੍ਹਾ ਸਾਂਝੀ ਕਰਨੀ ਪੈਂਦੀ ਸੀ। ਇਹਨਾਂ ਨੂੰ ਯੱਟ ਕਿਹਾ ਜਾਂਦਾ ਸੀ। ਇਸ ਨੂੰ ਲੱਕੜ ਦੇ ਢਾਂਚੇ ਨਾਲ ਬਣਾਇਆ ਜਾਂਦਾ ਅਤੇ ਉੱਨ ਦੇ ਤੰਬੂ ਨਾਲ ਢੱਕਿਆ ਜਾਂਦਾ ਸੀ। ਇਹਨਾਂ ਕਬੀਲਿਆਂ ਦੀ ਕਮਾਂਡ ਖਾਨ ਵਜੋਂ ਜਾਣੇ ਜਾਣ ਵਾਲੇ ਕਬਾਇਲੀ ਮੁਖੀਆ ਦੁਆਰਾ ਕੀਤੀ ਜਾਂਦੀ ਸੀ, ਜੋ ਰਾਜਨੀਤਿਕ ਅਤੇ ਫੌਜੀ ਮਾਮਲਿਆਂ ਦਾ ਫੈਸਲਾ ਕਰਨ ਲਈ ਜ਼ਿੰਮੇਵਾਰ ਹੁੰਦੇ ਸਨ। ਲੰਮੀ ਦੂਰੀ ਦੀ ਯਾਤਰਾ ਕਰਨ ਵਿੱਚ ਉਹਨਾਂ ਦੀ ਮਦਦ ਕਰਨ ਲਈ ਖਾਨਾਬਦੋਸ਼ ਕਬੀਲੇ ਜੰਗਲੀ ਘੋੜਿਆਂ ਦੇ ਪਾਲਣ ਵਿੱਚ ਮਾਹਰ ਸਨ। ਆਪਣੇ ਛੋਟੇ ਕੱਦ ਦੇ ਬਾਵਜੂਦ ਮੰਗੋਲੀਆਈ ਘੋੜੇ ਬਹੁਤ ਸਖਤ ਜਾਨ ਅਤੇ ਤੇਜ਼ ਰਫ਼ਤਾਰ ਨਾਲ ਦੌੜਨ ਦੇ ਸਮਰੱਥ ਸਨ, ਜੋ ਉਹਨਾਂ ਨੂੰ ਉਸ ਵਾਤਾਵਰਣ ਵਿੱਚ ਬਹੁਤ ਮਹੱਤਵਪੂਰਨ ਬਣਾਉਂਦੇ ਸਨ। ਘੋੜੇ ਇੰਨੇ ਮਹੱਤਵਪੂਰਨ ਸਨ ਕਿ ਕਬੀਲੇ ਦੇ ਮੁਖੀ ਦੀ ਦੌਲਤ ਨੂੰ ਇਸ ਗੱਲ ਤੋਂ ਮਾਪਿਆ ਜਾਂਦਾ ਸੀ ਕਿ ਉਹ ਕਿੰਨੇ ਘੋੜਿਆਂ ਦਾ ਮਾਲਕ ਹੈ। ਮੰਗੋਲੀਆਈ ਮੈਦਾਨੀ ਖੇਤਰ ਤੇਜ਼ ਹਵਾਵਾਂ ਨਾਲ ਪ੍ਰਭਾਵਿਤ ਅਤੇ ਦਿਨ ਲਗਭਗ ਹਮੇਸ਼ਾ ਹੀ ਠੰਡੇ ਹੁੰਦੇ ਹਨ, ਪਰ ਸਰਦੀਆਂ ਦੀ ਆਮਦ ਨਾਲ ਰਹਿਣ-ਸਹਿਣ ਦੀਆਂ ਸਥਿਤੀਆਂ ਅਸਲ ਵਿੱਚ ਮੁਸ਼ਕਲ ਹੋ ਜਾਂਦੀਆਂ ਹਨ। ਇਹ ਮੈਦਾਨ ਚੋਰਾਂ ਅਤੇ ਡਾਕੂਆਂ ਦੇ ਸਮੂਹਾਂ ਨਾਲ ਭਰੇ ਹੋਏ ਸਨ, ਜੋ ਜਾਨਵਰਾਂ ਨੂੰ ਚੋਰੀ ਕਰਨ ਲਈ ਇੱਜੜਾਂ ਉੱਤੇ ਅਤੇ ਕੀਮਤੀ ਚੀਜ਼ਾਂ ਅਤੇ ਔਰਤਾਂ ਨੂੰ ਅਗਵਾ ਕਰਨ ਲਈ ਛੋਟੇ ਕੈਂਪਾਂ 'ਤੇ ਵੀ ਹਮਲਾ ਕਰਦੇ। ਮੰਗੋਲੀਆਈ ਸਮਾਜ ਇੱਕ ਖਾਨਾਬਦੋਸ਼ ਸਮਾਜ ਹੋਣ ਕਾਰਨ ਕਬੀਲਿਆਂ ਵਿੱਚ ਅਕਸਰ ਦੁਸ਼ਮਣੀ ਹੁੰਦੀ ਸੀ ਅਤੇ ਉਹ ਅਕਸਰ ਬੇਰਹਿਮ ਲੜਾਈ ਨਾਲ ਆਪਣੇ ਮਤਭੇਦਾਂ ਨੂੰ ਹੱਲ ਕਰਦੇ ਸਨ। ਇਸ ਤੋਂ ਇਲਾਵਾ ਹੋਰ ਖੇਤਰੀ ਖਾਨਾਬਦੋਸ਼ ਲੋਕ ਜਿਵੇਂ ਕਿ ਟਾਟਰ ਵੀ ਮੰਗੋਲੀਆਈ ਕੈਂਪਾਂ ਦੇ ਵਿਰੁੱਧ ਹਿੰਸਕ ਹਮਲੇ ਕਰਦੇ ਸਨ। ਮੰਗੋਲਾਂ ਲਈ ਜੀਵਨ ਚੁਣੌਤੀਆਂ ਅਤੇ ਅਨਿਸ਼ਚਿਤਤਾ ਨਾਲ ਭਰਿਆ ਹੋਇਆ ਸੀ। ਗਵਾਂਢੀ ਸ਼ਕਤੀਸ਼ਾਲੀ ਚੀਨੀ ਰਾਜਾਂ ਲਈ ਮੰਗੋਲ ਸ਼ੁੱਧ ਜ਼ਾਲਮਾਂ ਤੋਂ ਵੱਧ ਕੁਝ ਵੀ ਨਹੀਂ ਸਨ, ਜਿਨ੍ਹਾਂ ਨੇ ਕਾਫਲੇ ਉਹਨਾਂ ਦੇ ਛੋਟੇ ਸਰਹੱਦੀ ਪਿੰਡਾਂ ਤੇ ਹਮਲਾ ਕਰਦੇ, ਪਰ ਉਹਨਾਂ ਨੂੰ ਕਦੇ ਵੀ ਅਸਲ ਖਤਰੇ ਵਜੋਂ ਨਹੀਂ ਦੇਖਿਆ ਜਾਂਦਾ ਸੀ। ਸਦੀਆਂ ਤੋਂ ਚੀਨੀ ਰਾਜਵੰਸ਼ਾਂ ਨੇ ਮੰਗੋਲੀਆ ਦੇ ਕਬੀਲਿਆਂ ਨੂੰ ਇੱਕ ਦੂਜੇ ਨਾਲ ਲੜਾ ਕੇ ਰੱਖਿਆ। ਸਥਾਨਕ ਕਬੀਲਾਈ ਨੇਤਾਵਾਂ ਨੂੰ ਇਸ ਲੜਾਈ ਨੂੰ ਬਰਕਰਾਰ ਰੱਖਣ ਲਈ ਅਕਸਰ ਰਿਸ਼ਵਤ ਵਿੱਚ ਨਕਦ ਜਾਂ ਸਮਾਨ ਦਾ ਭੁਗਤਾਨ ਕੀਤਾ ਜਾਂਦਾ। ਇਸ ਨੇ ਇਹ ਯਕੀਨੀ ਬਣਾਇਆ ਕਿ ਮੰਗੋਲੀਆਈ ਕਬੀਲੇ ਇੱਕ ਦੂਜੇ ਦੇ ਵਿਰੋਧੀ ਬਣੇ ਰਹਿਣ। ਚੀਨ ਦੇ ਮਸ਼ਹੂਰ ਜਿਨ ਰਾਜਵੰਸ਼ ਨੇ ਮੰਗੋਲਾਂ ਦੇ ਵਿਕਾਸ ਵਿੱਚ ਬਹੁਤ ਰੁਕਾਵਟ ਪਾਈ, ਕਿਉਂਕਿ ਸਰਹੱਦਾਂ ਨੂੰ ਹਮੇਸ਼ਾ ਕਬੀਲਿਆਂ ਦੇ ਵਿਸਤਾਰ ਤੋਂ ਖਤਰਾ ਰਹਿੰਦਾ ਸੀ। ਮੰਗੋਲ ਲੋਕ ਸਦਾ ਲਈ ਮਜ਼ਬੂਤ ਰਾਜਾਂ ਦੇ ਪਰਛਾਵੇਂ ਵਿੱਚ ਰਹਿਣ ਦੀ ਕਿਸਮਤ ਲੈ ਕੇ ਜੰਮੇ ਜਾਪਦੇ ਸਨ। ਪਰ 1206 ਵਿੱਚ ਟੇਮੁਜਿਨ ਨਾਮ ਦੇ ਇੱਕ ਵਿਅਕਤੀ ਨੇ ਆਪਣੇ ਸਖਤ ਇਰਾਦਿਆਂ ਅਤੇ ਫੌਜੀ ਮਹਾਰਤ ਦੇ ਜ਼ੋਰ ਤੇ ਆਪਣੇ ਆਪ ਨੂੰ ਚੰਗੇਜ਼ ਖਾਨ ਅਖਵਾਇਆ। ਇਸ ਦਾ ਸ਼ਾਬਦਿਕ ਅਰਥ ਮਹਾਨ ਖਾਨ ਹੁੰਦਾ ਹੈ। ਚੰਗੇਜ਼ ਖਾਨ ਨੇ ਕਬੀਲਿਆਂ ਨੂੰ ਇਕਜੁੱਟ ਕਰਨ ਲਈ ਮੁਹਿੰਮ ਚਲਾਈ। ਜਿਨ੍ਹਾਂ ਨੇ ਉਸ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ, ਉਹਨਾਂ ਨੂੰ ਤਲਵਾਰ ਨਾਲ ਖਤਮ ਕਰ ਦਿੱਤਾ ਗਿਆ। ਵੱਡੀ ਗਿਣਤੀ ਵਿੱਚ ਯੋਧਿਆਂ ਨੂੰ ਇਕੱਠਾ ਕਰਕੇ ਚੰਗੇਜ਼ ਖਾਨ ਨੇ ਮਾਨਮਤ ਤੇ ਚੀਨੀ ਸ਼ਹਿਰਾਂ ਵੱਲ ਕੂਚ ਕੀਤਾ। ਉਸ ਸਮੇਂ ਚੀਨ ਇੱਕ ਏਕੀਕ੍ਰਿਤ ਰਾਜ ਨਹੀਂ ਸੀ। ਇਸ ਨੂੰ 3 ਮਹਾਨ ਰਾਜਵੰਸ਼ਾਂ ਦੁਆਰਾ ਵੰਡਿਆ ਗਿਆ ਸੀ। ਟਾਂਗੁਟ ਰਾਜਵੰਸ਼ ਨੇ ਚੀਨੀ ਖੇਤਰ ਦੇ ਉੱਤਰੀ ਹਿੱਸੇ ਨੂੰ ਨਿਯੰਤਰਿਤ ਕੀਤਾ ਹੋਇਆ ਸੀ। ਜਿਨ ਰਾਜਵੰਸ਼ ਉੱਤਰ ਪੂਰਬ ਵਿੱਚ ਸਥਿਤ ਸੀ, ਜਦੋਂ ਕਿ ਸੋਂਗ ਰਾਜਵੰਸ਼ ਦਾ ਚੀਨ ਦੇ ਦੱਖਣੀ ਹਿੱਸੇ ਉੱਤੇ ਦਬਦਬਾ ਸੀ। ਮੰਗੋਲਾਂ ਦਾ ਪਹਿਲਾ ਨਿਸ਼ਾਨਾ ਟਾਂਗੁਟ ਬਣੇ, ਕਿਉਂਕਿ ਉਨ੍ਹਾਂ ਦਾ ਇਲਾਕਾ ਮੰਗੋਲੀਆ ਦੇ ਨੇੜੇ ਸੀ ਅਤੇ ਉਨ੍ਹਾਂ ਦੇ ਸਾਰੇ ਸ਼ਹਿਰ ਕੰਧਾਂ ਨਾਲ ਸੁਰੱਖਿਅਤ ਨਹੀਂ ਸਨ। ਮੰਗੋਲਾਂ ਕੋਲ ਘੇਰਾਬੰਦੀ ਕਰਨ ਵਾਲੇ ਹਥਿਆਰ ਨਹੀਂ ਸਨ ਅਤੇ ਨਾ ਹੀ ਉਹ ਉਨ੍ਹਾਂ ਨੂੰ ਬਣਾਉਣ ਦੀ ਤਕਨੀਕ ਜਾਣਦੇ ਸਨ, ਜਿਸ ਕਾਰਨ 4 ਦੀਵਾਰੀ ਵਾਲੇ ਸ਼ਹਿਰਾਂ ਤੇ ਹਮਲਾ ਕਰਨਾ ਬਹੁਤ ਮੁਸ਼ਕਲ ਜਾਪਦਾ ਸੀ। ਪਰ ਮੰਗੋਲਾਂ ਨੇ ਇੱਕ ਬਹੁਤ ਅਕਲਮੰਦ ਅਤੇ ਮਾਰੂ ਹਥਿਆਰ ਤੋਂ ਕੰਮ ਲਿਆ, ਜੋ ਸੀ ਸਮਾਂ। ਉਨ੍ਹਾਂ ਨੇ ਸ਼ਹਿਰਾਂ ਨੂੰ ਘੇਰ ਲਿਆ ਅਤੇ ਆਪਣੇ ਪਰੰਪਰਾਗਤ ਡੇਰੇ ਸਥਾਪਿਤ ਕਰ ਲਏ, ਜਿਵੇਂ ਕਿ ਉਹ ਸਦੀਆਂ ਤੋਂ ਕਰਦੇ ਆ ਰਹੇ ਸਨ।
ਹੁਣ ਚੀਨੀ ਨਾਗਰਿਕ ਫਸਲਾਂ ਦੀ ਦੇਖਭਾਲ ਜਾਂ ਭੋਜਨ ਦਾ ਕੋਈ ਹੋਰ ਸਰੋਤ ਲੱਭਣ ਲਈ ਸ਼ਹਿਰ ਤੋਂ ਬਾਹਰ ਨਹੀਂ ਜਾ ਸਕਦੇ ਸਨ। ਦੂਜੇ ਪਾਸੇ ਮੰਗੋਲਾਂ ਕੋਲ ਆਪਣੀ ਰੋਜ਼ੀ ਰੋਟੀ ਨੂੰ ਯਕੀਨੀ ਬਣਾਉਣ ਲਈ ਪਸ਼ੂ ਸਨ। ਖੁੱਲ੍ਹੇ ਵਿੱਚ ਮੰਗੋਲਾਂ ਨਾਲ ਲੜਨ ਲਈ ਸਿਪਾਹੀਆਂ ਨੂੰ ਭੇਜਣਾ ਇੱਕ ਬੇਕਾਰ ਕੋਸ਼ਿਸ਼ ਸੀ। ਕਈ ਸਦੀਆਂ ਤੱਕ ਮੰਗੋਲ ਮੈਦਾਨੀ ਇਲਾਕਿਆਂ ਵਿੱਚ ਸਵਾਰੀ ਅਤੇ ਸ਼ਿਕਾਰ ਕਰਦੇ ਰਹੇ। ਉਹਨਾਂ ਹੁਨਰਾਂ ਨੇ ਉਹਨਾਂ ਨੂੰ ਸ਼ਾਨਦਾਰ ਘੁੜਸਵਾਰ ਅਤੇ ਤੀਰਅੰਦਾਜ਼ ਬਣਾ ਦਿੱਤਾ ਸੀ। ਮੰਗੋਲ ਜਾਨਵਰਾਂ ਦੇ ਸਿੰਗਾਂ ਅਤੇ ਨਸਾਂ ਨਾਲ ਬਣੇ ਇੱਕ ਮਜ਼ਬੂਤ ਧਨੁਸ਼ ਦੀ ਵਰਤੋਂ ਕਰਦੇ ਸਨ। ਇਸ ਲਈ ਇਹ ਕਮਾਨ ਲੰਬੀ ਦੂਰੀ ਤੋਂ ਅਦਭੁਤ ਸ਼ਕਤੀ ਅਤੇ ਸਟੀਕਤਾ ਨਾਲ ਤੀਰ ਚਲਾਉਣ ਵਿੱਚ ਸਮਰੱਥ ਸੀ। ਕਮਾਨ ਦੇ ਛੋਟੇ ਆਕਾਰ ਕਰਕੇ ਇਸ ਨੂੰ ਘੋੜੇ ਦੀ ਪੂਰੀ ਤੇਜ਼ ਰਫ਼ਤਾਰ ਦੇ ਦੌਰਾਨ ਵੀ ਆਸਾਨੀ ਨਾਲ ਚਲਾਇਆ ਜਾ ਸਕਦਾ ਸੀ। ਹਮਲਾ ਕਰਨ ਵੇਲੇ ਮੰਗੋਲ ਹਮੇਸ਼ਾ ਆਪਸੀ ਦੂਰੀ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਅਤੇ ਆਪਣੇ ਦੁਸ਼ਮਣਾਂ ਨੂੰ ਮਾਰੂ ਤੀਰਾਂ ਦੀ ਭਾਰੀ ਬਾਰਿਸ਼ ਨਾਲ ਖਤਮ ਕਰ ਦਿੰਦੇ। ਮੰਗੋਲ ਯੋਧਿਆਂ ਦੁਆਰਾ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਰਣਨੀਤੀਆਂ ਵਿੱਚੋਂ ਇੱਕ ਵੱਡੀ ਪੈਦਲ ਸੈਨਾ ਜਾਂ ਭਾਰੀ ਘੁੜਸਵਾਰ ਦਸਤੇ ਦੁਆਰਾ ਹਮਲਾ ਕਰਨ ਵੇਲੇ ਪਿੱਛੇ ਹਟਣ ਦਾ ਦਿਖਾਵਾ ਕਰਨਾ ਸੀ। ਜਦੋਂ ਦੁਸ਼ਮਣ ਦੀਆਂ ਫੌਜਾਂ ਪਿੱਛਾ ਕਰਦਿਆਂ ਥੱਕ ਜਾਂਦੀਆਂ ਤਾਂ ਮੰਗੋਲਾਂ ਦੀਆਂ ਤੇਜ਼ ਹਮਲਾਵਰ ਨੀਤੀਆਂ ਤੋਂ ਹੈਰਾਨ ਰਹਿ ਜਾਂਦੀਆਂ। ਮੰਗੋਲ ਸਿਰਫ ਆਪਣੇ ਗੋਡਿਆਂ ਦੀ ਵਰਤੋਂ ਕਰਕੇ ਆਪਣੇ ਘੋੜਿਆਂ ਤੇ ਕਾਬੂ ਕਰ ਲੈਂਦੇ। ਹਥਿਆਰਾਂ ਨੂੰ ਸੰਭਾਲਣ ਲਈ ਉਹਨਾਂ ਦੇ ਹੱਥ ਹਮੇਸ਼ਾ ਖਾਲੀ ਰਹਿੰਦੇ। ਇਸ ਰਣਨੀਤੀ ਨੇ ਮੰਗੋਲਾਂ ਦੀ ਬਿਹਤਰ ਫੌਜਾਂ ਉੱਪਰ ਵੀ ਜਿੱਤ ਨੂੰ ਯਕੀਨੀ ਬਣਾਇਆ ਅਤੇ ਜੇ ਨਜ਼ਦੀਕੀ ਲੜਾਈ ਲੜਨੀ ਪੈਂਦੀ ਤਾਂ ਮੰਗੋਲੀਆਈ ਯੋਧੇ ਬਹੁਤ ਬੇਰਹਿਮੀ ਨਾਲ ਲੜਦੇ ਸਨ। ਉਹਨਾਂ ਨੂੰ ਬਚਪਨ ਤੋਂ ਹੀ ਲੜਨ ਦੀ ਸਿਖਲਾਈ ਦਿੱਤੀ ਜਾਂਦੀ ਸੀ। ਇਹਨਾਂ ਨੇ ਆਪਣੇ ਘੋੜਿਆਂ ਦੀ ਸਵਾਰੀ ਕਰਨ ਵਿੱਚ ਇੰਨਾ ਸਮਾਂ ਬਿਤਾਇਆ ਕਿ ਬਹੁਤ ਸਾਰੇ ਮੰਗੋਲਾਂ ਨੂੰ ਲੱਤਾਂ ਦੇ ਜੋੜਾਂ ਦੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਸਨ। ਭਾਵੇਂ ਹਫ਼ਤੇ ਜਾਂ ਮਹੀਨੇ ਲੱਗ ਜਾਣ, ਘੇਰੇ ਹੋਏ ਸ਼ਹਿਰ ਭੁੱਖੇ ਮਰ ਜਾਂਦੇ ਅਤੇ ਆਤਮ ਸਮਰਪਣ ਕਰਨ ਲਈ ਮਜਬੂਰ ਹੋ ਜਾਂਦੇ। ਮੰਗੋਲਾਂ ਨੇ ਸੱਭਿਅਕ ਲੋਕਾਂ ਦੇ ਵਿਰੁੱਧ ਸ਼ਹਿਰ ਦੀਆਂ ਕੀਮਤੀ ਕੰਧਾਂ ਨੂੰ ਵੱਡੇ ਜਾਲਾਂ ਵਿੱਚ ਬਦਲ ਦਿੱਤਾ ਸੀ। ਫਿਰ ਵੀ ਉਡੀਕ ਹਮੇਸ਼ਾ ਸ਼ਕਤੀਸ਼ਾਲੀ ਚੰਗੇਜ਼ ਖਾਨ ਨੂੰ ਪਰੇਸ਼ਾਨ ਕਰਦੀ। ਉਸਨੇ ਉਹਨਾਂ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਮਿਲਾ ਦਿੱਤਾ ਜੋ ਉਸਦੀ ਫੌਜ ਅੱਗੇ ਝੁਕੇ ਨਹੀਂ। ਹੋ ਸਕਦਾ ਹੈ ਕਿ ਇੱਕ ਮੁਸ਼ਕਲ ਅਤੇ ਸਖਤ ਜੀਵਨ ਜਿਉਣ ਦੀ ਆਦਤ ਕਾਰਨ ਜਾਂ ਸੱਭਿਅਕ ਲੋਕਾਂ ਲਈ ਨਫ਼ਰਤ ਦੇ ਕਾਰਨ ਮੰਗੋਲਾਂ ਨੇ ਆਪਣੇ ਦੁਸ਼ਮਣਾਂ ਲਈ ਕੋਈ ਰਹਿਮ ਨਹੀਂ ਦਿਖਾਇਆ। ਮੰਗੋਲਾਂ ਅਨੁਸਾਰ ਦੁਸ਼ਮਣਾਂ ਨੂੰ ਬੰਦੀ ਬਣਾਉਣਾ ਬੇਕਾਰ ਸੀ। ਉਹਨਾਂ ਕੋਲ ਕੋਈ ਜੇਲ੍ਹ ਨਹੀਂ ਸੀ ਅਤੇ ਨਾ ਹੀ ਹੋਰ ਲੋਕਾਂ ਨੂੰ ਭੋਜਨ ਦੇਣ ਲਈ ਸਾਧਨ। ਇਹ ਇੱਕ ਬੇਲੋੜੀ ਸਮੱਸਿਆ ਸੀ। ਇਸੇ ਕਾਰਨ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਚੀਨ ਵਿੱਚ ਮੰਗੋਲਾਂ ਦੇ ਹਮਲਿਆਂ ਦੌਰਾਨ ਲਗਭਗ 3 ਕਰੋੜ ਲੋਕਾਂ ਦੀ ਜਾਨ ਗਈ ਸੀ। ਸ਼ਹਿਰਾਂ ਨੂੰ ਬੇਰਹਿਮੀ ਨਾਲ ਲੁੱਟਿਆ ਜਾਂਦਾ ਅਤੇ ਸੁਆਹ ਕਰ ਦਿੱਤਾ ਜਾਂਦਾ। ਮੰਗੋਲ ਬੇਰਹਿਮੀ ਸਿਰਫ ਬਰਬਰਤਾ ਹੀ ਨਹੀਂ ਸੀ, ਇਹ ਉਹਨਾਂ ਦੇ ਦੁਸ਼ਮਣਾਂ ਵਿਰੁੱਧ ਮਨੋਵਿਗਿਆਨਕ ਦਹਿਸ਼ਤ ਦਾ ਇੱਕ ਰੂਪ ਸੀ। ਆਖਰਕਾਰ ਜੇ ਕਿਸੇ ਹਮਲੇ ਦਾ ਵਿਰੋਧ ਕਰਨ ਲਈ ਪੂਰੇ ਸ਼ਹਿਰ ਦੀ ਆਬਾਦੀ ਨੂੰ ਖਤਮ ਕਰ ਦਿੱਤਾ ਜਾਵੇ ਤਾਂ ਪੂਰੀ ਸੰਭਾਵਨਾ ਹੈ ਕਿ ਅਗਲਾ ਸ਼ਹਿਰ ਬਿਨਾਂ ਲੜਾਈ ਲੜੇ ਹੀ ਆਤਮ ਸਮਰਪਣ ਕਰ ਦੇਵੇਗਾ। ਪਰ ਮੰਗੋਲ ਵੀ ਵਿਹਾਰਕ ਸਨ ਅਤੇ ਉਹ ਜਾਣਦੇ ਸਨ ਕਿ ਕਿਵੇਂ ਜਲਦੀ ਨਵੇਂ ਹਾਲਾਤਾਂ ਵਿੱਚ ਟਲਣਾ ਹੈ। ਉਹਨਾਂ ਨੇ ਹਮੇਸ਼ਾ ਚੀਨੀ ਅਹਿਲਕਾਰ, ਕਾਰਪੇਂਟਰ, ਕਾਰਟੋਗ੍ਰਾਫਰ, ਲੋਹਾਰ ਅਤੇ ਰਸੋਈਏ ਵਰਗੇ ਉਪਯੋਗੀ ਹੁਨਰ ਵਾਲੇ ਲੋਕਾਂ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕੀਤੀ ਅਤੇ ਚੀਨੀ ਇੰਜੀਨੀਅਰਾਂ ਦੀ ਮਦਦ ਨਾਲ ਮੰਗੋਲਾਂ ਨੇ ਘੇਰਾਬੰਦੀ ਵਾਲੇ ਹਥਿਆਰ ਬਣਾਏ, ਜਿਸ ਨਾਲ ਸ਼ਹਿਰਾਂ ਨੂੰ ਜਿੱਤਣ ਦੀ ਪ੍ਰਕਿਰਿਆ ਹੋਰ ਤੇਜ਼ ਹੋ ਗਈ। ਇੱਥੋਂ ਤੱਕ ਕਿ ਬੀਜਿੰਗ ਦਾ ਮਹਾਨ ਸ਼ਹਿਰ ਆਪਣੀ 12 ਮੀਟਰ ਉੱਚੀ ਕੰਧ ਦੇ ਬਾਵਜੂਦ ਮੰਗੋਲਾਂ ਦੀ ਘੇਰਾਬੰਦੀ ਦਾ ਸਾਹਮਣਾ ਕਰਨ ਵਿੱਚ ਅਸਫਲ ਰਿਹਾ। ਚੰਗੇਜ਼ ਖਾਨ ਦੀਆਂ ਪ੍ਰਾਪਤੀਆਂ ਨੇ ਹੋਰ ਯੋਧਿਆਂ ਨੂੰ ਵੀ ਉਸਦੀ ਫੌਜ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ। ਮੰਗੋਲਾਂ ਨੇ ਆਪਣੇ ਕੈਂਪਾਂ ਨਾਲ ਚੀਨ ਦੇ ਵੱਡੇ ਹਿੱਸੇ ਉੱਤੇ ਕਬਜ਼ਾ ਕਰ ਲਿਆ। ਕੁਝ ਚੀਨੀ ਸ਼ਹਿਰਾਂ ਨੂੰ ਉਦੋਂ ਤੱਕ ਬਖਸ਼ਿਆ ਗਿਆ ਜਦੋਂ ਤੱਕ ਉਹ ਮੰਗੋਲਾਂ ਨੂੰ ਮਹੀਨਾਵਾਰ ਸੁਰੱਖਿਆ ਦਾ ਇਵਜ਼ਾਨਾ ਦਿੰਦੇ ਰਹੇ। ਇਵਜ਼ਾਨਾ ਉੱਚ ਗੁਣਵੱਤਾ ਵਾਲੀ ਲੱਕੜ, ਕੀਮਤੀ ਰੇਸ਼ਮ, ਸੋਨੇ ਅਤੇ ਚਾਂਦੀ ਵਿੱਚ ਅਦਾ ਕੀਤਾ ਜਾਂਦਾ ਸੀ। ਮੰਗੋਲਾਂ ਨੇ ਤੇਜ਼ੀ ਨਾਲ ਨਵੇਂ ਰੀਤੀ ਰਿਵਾਜਾਂ ਅਤੇ ਤਕਨੀਕਾਂ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਦੇ ਰਾਜ ਵਿੱਚ ਜਲਦੀ ਹੀ ਉੱਚ ਗੁਣਵੱਤਾ ਵਾਲੇ ਹਥਿਆਰ ਅਤੇ ਸ਼ਸਤਰ, ਰੇਸ਼ਮ ਦੇ ਕੱਪੜੇ ਅਤੇ ਗਹਿਣਿਆਂ ਦਾ ਨਿਰਮਾਣ ਹੋਣ ਲੱਗਾ। ਇੱਥੋਂ ਤੱਕ ਕਿ ਕੁਲੀਨ ਮੰਗੋਲੀਆਈ ਯੋਧਿਆਂ ਦੁਆਰਾ ਵਰਤੇ ਜਾਂਦੇ ਘੋੜੇ ਵੀ ਲੋਹੇ ਦੇ ਕਵਚ ਨਾਲ ਲੈਸ ਹੋ ਗਏ। ਸਾਲ 1215 ਈਸਵੀ ਤੱਕ ਮੰਗੋਲਾਂ ਨੇ ਪਹਿਲਾਂ ਹੀ ਉਹਨਾਂ ਇਲਾਕਿਆਂ ਨੂੰ ਨਿਯੰਤਰਿਤ ਕਰ ਲਿਆ ਸੀ ਜੋ ਕਦੇ ਟਾਂਗੁਟ ਅਤੇ ਜਿਨ ਰਾਜਵੰਸ਼ਾਂ ਦੇ ਅਧੀਨ ਸਨ। ਸੁੰਗ ਰਾਜਵੰਸ਼ ਅਜੇ ਤੱਕ ਬਚਿਆ ਹੋਇਆ ਸੀ ਜੋ ਕਿ ਇਸ ਦੀ ਅਵਿਸ਼ਵਾਸਯੋਗ ਵੱਡੀ ਫੌਜ ਦੇ ਕਾਰਨ ਮੰਗੋਲਾਂ ਦੇ ਵਿਰੁੱਧ ਆਪਣੀਆਂ ਸਰਹੱਦਾਂ ਦੀ ਰੱਖਿਆ ਕਰਨ ਵਿੱਚ ਕਾਮਯਾਬ ਰਿਹਾ ਸੀ। ਚੰਗੇਜ਼ ਖਾਨ ਦੇ ਅਧੀਨ ਮੰਗੋਲਾਂ ਨੇ ਇਤਿਹਾਸ ਦੇ ਸਭ ਤੋਂ ਮਹਾਨ ਸਾਮਰਾਜਾਂ ਵਿੱਚੋਂ ਇੱਕ ਦੀ ਸ਼ੁਰੂਆਤ ਕਰਦੇ ਹੋਏ ਅਸੀਮਤ ਦੌਲਤ ਅਤੇ ਉਪਜਾਊ ਖੇਤਰਾਂ ਨੂੰ ਇਕੱਠਾ ਕੀਤਾ। 1218 ਵਿੱਚ ਮੰਗੋਲਾਂ ਨੇ ਚੀਨ ਵਿੱਚ ਜਿੱਤੇ ਹੋਏ ਇਲਾਕਿਆਂ ਉੱਤੇ ਸਖਤੀ ਨਾਲ ਰਾਜ ਕੀਤਾ। ਹੁਣ ਉਹ ਸਹਿਯੋਗ ਕਰਨ ਅਤੇ ਆਪਣੀ ਨਵੀਂ ਪ੍ਰਭੂਸੱਤਾ ਦੀ ਪਾਲਣਾ ਕਰਨ ਲਈ ਮਜਬੂਰ ਸਨ। ਮੰਗੋਲਾਂ ਨੇ ਸਿੱਕਿਆਂ ਜਾਂ ਕੀਮਤੀ ਧਾਤਾਂ ਨੂੰ ਜ਼ਿਆਦਾ ਮਹੱਤਤਾ ਨਹੀਂ ਦਿੱਤੀ।
ਉਹਨਾਂ ਨੂੰ ਜਲਦੀ ਹੀ ਅਹਿਸਾਸ ਹੋ ਗਿਆ ਕਿ ਅਜਿਹੀਆਂ ਚੀਜ਼ਾਂ ਇਕੱਠੀਆਂ ਕਰਨਾ ਸਮੇਂ ਦੀ ਬਰਬਾਦੀ ਹੈ। ਚੀਨੀ ਮਾਰਾਂ ਦੀ ਮਦਦ ਨਾਲ ਮੰਗੋਲਾਂ ਨੂੰ ਪਤਾ ਲੱਗਾ ਕਿ ਰਾਜ ਨੂੰ ਖੁਸ਼ਹਾਲ ਬਣਾਉਣ ਲਈ ਵਪਾਰ ਸਭ ਤੋਂ ਵਧੀਆ ਤਰੀਕਾ ਹੈ। ਚੰਗੇਜ਼ ਖਾਨ ਨੇ ਵੱਡੀ ਗਿਣਤੀ ਵਿੱਚ ਲੁੱਟੀ ਗਈ ਦੌਲਤ ਦੀ ਵਰਤੋਂ ਕਰਕੇ ਕੋਰੀਆ, ਭਾਰਤ ਅਤੇ ਪਰਸ਼ੀਆ ਵਰਗੇ ਦੂਰ ਦੁਰਾਡੇ ਦੇ ਰਾਜਾਂ ਵਿੱਚ ਦੂਤ ਭੇਜਣ ਦਾ ਫੈਸਲਾ ਲਿਆ। ਸੋਂਗ ਰਾਜਵੰਸ਼ ਤੇ ਲਗਾਤਾਰ ਹਮਲਾ ਕਰਦੇ ਹੋਏ ਦੂਜੇ ਰਾਜਾਂ ਨਾਲ ਵਪਾਰਕ ਰਿਸ਼ਤੇ ਸਥਾਪਿਤ ਕਰਨ ਦੇ ਇਰਾਦੇ ਨਾਲ ਅਤੇ ਇੱਕ ਗੰਭੀਰ ਕੂਟਨੀਤਕ ਸ਼ਾਸਕ ਦੇ ਤੌਰ ਤੇ ਚੰਗੇਜ਼ ਖਾਨ ਨੇ ਇਤਿਹਾਸ ਦਾ ਰੁਖ ਸਦਾ ਲਈ ਬਦਲ ਦਿੱਤਾ। ਪਰਸ਼ੀਆ ਨੂੰ ਉਸ ਸਮੇਂ ਖਵਾਰਜ਼ਮ ਨਾਮਕ ਮੁਸਲਮਾਨ ਸਾਮਰਾਜ ਦੁਆਰਾ ਚਲਾਇਆ ਜਾਂਦਾ ਸੀ। ਮੰਗੋਲੀਆਈ ਦੂਤ ਜਿਨ੍ਹਾਂ ਨੂੰ ਖਵਾਰਜ਼ਮ ਨਾਲ ਵਪਾਰਕ ਸੌਦੇ ਕਰਨ ਲਈ ਭੇਜਿਆ ਗਿਆ ਸੀ, ਉਨ੍ਹਾਂ ਤੇ ਜਾਸੂਸ ਹੋਣ ਦਾ ਦੋਸ਼ ਲਗਾਇਆ ਗਿਆ ਅਤੇ ਉਨ੍ਹਾਂ ਨੂੰ ਕਤਲ ਕਰ ਦਿੱਤਾ ਗਿਆ। ਚੰਗੇਜ਼ ਖਾਨ ਖਿਲਾਫ ਅਜਿਹਾ ਜੁਰਮ ਬਿਨਾਂ ਠੋਸ ਜਵਾਬ ਦੇ ਕਿਵੇਂ ਰਹਿ ਸਕਦਾ ਸੀ? ਮੰਗੋਲ ਮੁਸਲਿਮ ਫੌਜਾਂ ਦਾ ਟਾਕਰਾ ਕਰਨ ਲਈ ਨਿਕਲ ਪਏ। 2 ਲੱਖ ਯੋਧਿਆਂ ਦੀ ਕਮਾਂਡ ਵਿੱਚ ਚੰਗੇਜ਼ ਖਾਨ ਵੱਡੇ ਫਾਰਸੀ ਸ਼ਹਿਰਾਂ ਵੱਲ ਕੂਚ ਕਰ ਗਿਆ। ਖਵਾਰਜ਼ਮ ਕੋਲ ਬਹਾਦਰ ਅਤੇ ਚੰਗੀ ਤਰ੍ਹਾਂ ਸਿੱਖਿਅਤ ਲੜਾਕਿਆਂ ਦੀਆਂ ਬਹੁਤ ਵੱਡੀਆਂ ਫੌਜਾਂ ਸਨ, ਪਰ ਇਹ ਵੀ ਮੰਗੋਲਾਂ ਨੂੰ ਹਰਾਉਣ ਲਈ ਕਾਫੀ ਨਹੀਂ ਸਨ, ਜੋ ਗੁਸੈਲੇ ਬਘਿਆੜਾਂ ਵਾਂਗ ਇਹਨਾਂ ਫੌਜਾਂ ਤੇ ਟੁੱਟ ਪਏ। ਸਮਰਕੰਦ ਅਤੇ ਬੁਖਾਰਾ ਦੇ ਸ਼ਹਿਰਾਂ ਨੂੰ ਮੰਗੋਲਾਂ ਨੇ ਘੇਰਾ ਪਾ ਲਿਆ ਅਤੇ ਖਤਮ ਕਰ ਦਿੱਤਾ। ਤਬਾਹੀ ਇੰਨੀ ਜ਼ਿਆਦਾ ਸੀ ਕਿ ਜਾਨਵਰ ਵੀ ਨਹੀਂ ਬਖਸ਼ੇ ਗਏ। ਪਰਸ਼ੀਆ ਵਿੱਚ ਮੰਗੋਲਾਂ ਦੇ ਹਮਲਿਆਂ ਦੌਰਾਨ ਲੱਖਾਂ ਮਨੁੱਖੀ ਜਾਨਾਂ ਗਈਆਂ। 1220 ਵਿੱਚ ਖਵਾਰਜ਼ਮ ਸਾਮਰਾਜ ਖਤਮ ਕਰ ਦਿੱਤਾ ਗਿਆ। ਮੰਗੋਲਾਂ ਨੇ ਪਹਿਲਾਂ ਹੀ ਵੱਖ-ਵੱਖ ਕਿਸਮਾਂ ਦੇ ਸਿਪਾਹੀਆਂ ਨੂੰ ਆਪਣੀਆਂ ਫੌਜਾਂ ਵਿੱਚ ਸ਼ਾਮਲ ਕਰਨ ਦੇ ਫਾਇਦਿਆਂ ਬਾਰੇ ਜਾਣ ਲਿਆ ਸੀ ਅਤੇ ਇਸ ਦੇ ਕਾਰਨ ਬਹੁਤ ਸਾਰੇ ਮੁਸਲਮਾਨ ਲੜਾਕਿਆਂ ਨੂੰ ਮੰਗੋਲੀਆਈ ਫੌਜ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ। ਵਿਸ਼ਾਲ ਮੰਗੋਲੀਆਈ ਫੌਜ ਵਿੱਚ ਵੱਖ-ਵੱਖ ਨਸਲਾਂ ਅਤੇ ਸੱਭਿਆਚਾਰਾਂ ਦੇ ਲੋਕ ਸਨ। ਮੰਗੋਲ, ਚੀਨੀ ਅਤੇ ਅਰਬ ਕੈਂਪਾਂ ਵਿੱਚ ਨਾਲ-ਨਾਲ ਰਹਿੰਦੇ ਸਨ। ਇਹਨਾਂ ਲੋਕਾਂ ਵਿਚਕਾਰ ਨਵੇਂ ਸਬੰਧਾਂ ਦੇ ਵਿਕਾਸ ਦੇ ਵੀ ਬਹੁਤ ਸਾਰੇ ਫਾਇਦੇ ਸਨ। ਮੰਗੋਲ ਦੂਜੇ ਲੋਕਾਂ ਦੇ ਧਾਰਮਿਕ ਅਤੇ ਅਧਿਆਤਮਿਕ ਵਿਸ਼ਵਾਸਾਂ ਪ੍ਰਤੀ ਬਹੁਤ ਸਹਿਣਸ਼ੀਲ ਸਨ। ਉਨ੍ਹਾਂ ਦੇ ਕੈਂਪਾਂ ਅਤੇ ਸ਼ਹਿਰਾਂ ਵਿੱਚ ਹਰ ਕਿਸਮ ਦੇ ਸੰਪਰਦਾਵਾਂ ਅਤੇ ਰੀਤੀ ਰਿਵਾਜਾਂ ਦਾ ਸਨਮਾਨ ਕੀਤਾ ਜਾਂਦਾ ਸੀ। ਮੰਗੋਲਾਂ ਦਾ ਧਰਮ ਟੇਂਗਰੀਵਾਦ ਵਜੋਂ ਜਾਣਿਆ ਜਾਂਦਾ ਹੈ। ਇਹ ਟੇਂਗਰੀ ਨਾਮਕ ਇੱਕ ਸਰਵਉੱਚ ਦੇਵਤੇ ਦੇ ਵਿਸ਼ਵਾਸ ਤੇ ਆਧਾਰਿਤ ਹੈ, ਜੋ ਖੁਦ ਸਵਰਗ ਹੈ ਅਤੇ ਧਰਤੀ ਦੀਆਂ ਸਾਰੀਆਂ ਚੀਜ਼ਾਂ ਤੋਂ ਉੱਪਰ ਹੈ। ਟੇਂਗਰੀਵਾਦ ਵਿੱਚ ਕੁਦਰਤੀ ਤੱਤ ਅਤੇ ਪੂਰਵਜਾਂ ਦੀ ਪੂਜਾ ਸ਼ਾਮਲ ਹੈ। ਹਾਲਾਂਕਿ ਸਮੇਂ ਦੇ ਨਾਲ ਇਸ ਵਿੱਚ ਤਿੱਬਤੀ ਬੁੱਧ ਧਰਮ ਦੇ ਤੱਤ ਵੀ ਸ਼ਾਮਲ ਹੋ ਗਏ। ਮੰਗੋਲਾਂ ਦੇ ਕਈ ਵੰਸ਼ਜ ਅੱਗੇ ਜਾ ਕੇ ਮੁਸਲਮਾਨ ਹੋ ਗਏ, ਪਰੰਤੂ ਇਸਲਾਮ ਇਹਨਾਂ ਦਾ ਰਿਵਾਇਤੀ ਧਰਮ ਨਹੀਂ ਸੀ। ਫਾਰਸੀ ਇਲਾਕਿਆਂ ਉੱਤੇ ਕਬਜ਼ਾ ਕਰਨ ਦੇ ਨਾਲ ਮੰਗੋਲਾਂ ਨੇ ਮਸ਼ਹੂਰ ਸਿਲਕ ਰੋਡ ਦਾ ਬਹੁਤ ਸਾਰਾ ਹਿੱਸਾ ਆਪਣੇ ਅਧੀਨ ਕਰ ਲਿਆ ਸੀ। ਸਿਲਕ ਰੋਡ ਕਈ ਦੇਸ਼ਾਂ ਦੇ ਵਪਾਰ ਨੂੰ ਜੋੜਦੀ ਸੀ, ਜਿਸ ਦੀ ਵਰਤੋਂ ਦੂਰ ਦੁਰਾਡੇ ਅਤੇ ਵਿਦੇਸ਼ੀ ਦੇਸ਼ਾਂ ਦੇ ਕਾਫਲਿਆਂ ਦੁਆਰਾ ਕੀਤੀ ਜਾਂਦੀ ਸੀ। ਇਹ ਉਹ ਰਾਹ ਹੈ ਜਿੱਥੋਂ ਸਮੇਂ ਦਾ ਸਭ ਤੋਂ ਕੀਮਤੀ ਸਾਮਾਨ ਲੰਘਦਾ ਸੀ। ਇਸ ਕਾਰਨ ਇਸ ਰਾਹ ਤੇ ਚੋਰਾਂ ਡਾਕੂਆਂ ਦੇ ਦਸਤੇ ਸਰਗਰਮ ਰਹਿੰਦੇ, ਪਰ ਮੰਗੋਲਾਂ ਨੇ ਇਸ ਮਹੱਤਵਪੂਰਨ ਰਾਹ ਦੀ ਰੱਖਿਆ ਕਰਨ ਅਤੇ ਚੋਰਾਂ ਲੁਟੇਰਿਆਂ ਨੂੰ ਸਜ਼ਾ ਦੇਣ ਦੇ ਪ੍ਰਬੰਧ ਕੀਤੇ। ਮੰਗੋਲ ਸਰਕਾਰੀ ਫੌਜਾਂ ਹਮੇਸ਼ਾ ਆਪਣੇ ਇਲਾਕਿਆਂ ਵਿੱਚ ਜੁਰਮ ਕਰਨ ਦੀ ਹਿੰਮਤ ਕਰਨ ਵਾਲਿਆਂ ਦਾ ਲਗਾਤਾਰ ਪਿੱਛਾ ਕਰਦੀਆਂ ਰਹਿੰਦੀਆਂ। ਇਸ ਦੇ ਕਾਰਨ ਸਿਲਕ ਰੋਡ ਯਾਤਰੀਆਂ ਅਤੇ ਵਪਾਰੀਆਂ ਲਈ ਸੁਰੱਖਿਅਤ ਬਣ ਗਿਆ ਅਤੇ ਇਸ ਕਾਰਨ ਪੈਕਸ ਮੰਗੋਲਿਕਾ ਭਾਵ ਕਿ ਮੰਗੋਲ ਸ਼ਾਂਤੀ ਸ਼ਬਦ ਹੋਂਦ ਵਿੱਚ ਆਇਆ। ਦੌਲਤ ਅਤੇ ਵਪਾਰ ਦੇ ਅਜਿਹੇ ਸਰੋਤ ਨੂੰ ਕਾਬੂ ਕਰਨਾ ਉੱਭਰ ਰਹੇ ਮੰਗੋਲ ਸਾਮਰਾਜ ਲਈ ਨਿਰਣਾਇਕ ਸੀ। ਇਸ ਬਹਾਨੇ ਨਾਲ ਮੰਗੋਲ ਯੂਰਪ ਵਿੱਚ ਦਾਖਲ ਹੋਏ, ਜਿੱਥੇ ਉਹਨਾਂ ਨੇ ਰੂਸ ਅਤੇ ਯੂਕਰੇਨ ਦੀਆਂ ਜ਼ਮੀਨਾਂ ਨੂੰ ਜਿੱਤਣਾ ਸ਼ੁਰੂ ਕਰ ਦਿੱਤਾ। ਕੁਝ ਵੀ ਮੰਗੋਲ ਫੌਜਾਂ ਦੇ ਵਧਣ ਨੂੰ ਰੋਕਣ ਦੇ ਸਮਰੱਥ ਨਹੀਂ ਜਾਪਦਾ ਸੀ, ਜਿਸ ਨੂੰ ਜਰਨੈਲਾਂ ਦੁਆਰਾ ਹੁਕਮ ਦਿੱਤਾ ਜਾਂਦਾ ਸੀ ਕਿ ਕਦੋਂ ਹਮਲਾ ਕਰਨਾ ਹੈ ਜਾਂ ਪਿੱਛੇ ਹਟਣਾ ਹੈ। ਮੰਗੋਲ ਆਪਣੀਆਂ ਫੌਜਾਂ ਨੂੰ ਵੰਡ ਕੇ ਇੱਕੋ ਸਮੇਂ ਕਈ ਟੀਚਿਆਂ ਤੇ ਹਮਲਾ ਕਰਦੇ ਅਤੇ ਮਜ਼ਬੂਤ ਦੁਸ਼ਮਣਾਂ ਨੂੰ ਵੀ ਬਚਣ ਦਾ ਮੌਕਾ ਨਾ ਦਿੰਦੇ। ਫਿਰ ਮਹਾਨ ਨੇਤਾ ਚੰਗੇਜ਼ ਖਾਨ ਦੀ ਅਚਾਨਕ ਮੌਤ ਹੋ ਗਈ। ਉਸ ਦੀ ਮੌਤ ਨੇ ਮੰਗੋਲਾਂ ਵਿੱਚ ਅਨਿਸ਼ਚਿਤਤਾ ਦਾ ਮਾਹੌਲ ਬਣਾ ਦਿੱਤਾ। ਕਈ ਆਗੂ ਅਤੇ ਜਰਨੈਲ ਆਪਣੇ ਆਪ ਨੂੰ ਖਾਨਾ ਦੇ ਖਾਨ ਦਾ ਖਿਤਾਬ ਲੈਣ ਦੇ ਯੋਗ ਸਮਝਦੇ ਸਨ। ਚੰਗੇਜ਼ ਖਾਨ ਦਾ ਉੱਤਰਾਧਿਕਾਰੀ ਉਸ ਦਾ ਤੀਜਾ ਪੁੱਤਰ ਉਕਦੇ ਬਣਿਆ, ਜੋ ਮੰਗੋਲ ਸਾਮਰਾਜ ਦੇ ਵਿਸਥਾਰ ਨੂੰ ਜਾਰੀ ਰੱਖਣ ਲਈ ਜ਼ਿੰਮੇਵਾਰ ਸੀ। ਚੰਗੇਜ਼ ਖਾਨ ਦੇ ਦੂਜੇ ਪੁੱਤਰਾਂ ਅਤੇ ਪੋਤਰਿਆਂ ਨੂੰ ਉਹਨਾਂ ਇਲਾਕਿਆਂ ਦੀ ਕਮਾਂਡ ਦਿੱਤੀ ਗਈ ਜੋ ਖਾਨੇਟ ਭਾਵ ਕਿ ਖਾਨ ਸਲਤਨਤ ਵਜੋਂ ਜਾਣੇ ਜਾਂਦੇ ਸਨ। ਜਿਵੇਂ ਕਿ ਚੰਗੇਜ਼ ਖਾਨ ਦੇ ਪੁੱਤਰ ਤੋਂ ਉਮੀਦ ਕੀਤੀ ਜਾਂਦੀ ਸੀ, ਉਕਦੇ ਖਾਨ ਇੱਕ ਮਜ਼ਬੂਤ ਨੇਤਾ ਸਾਬਤ ਹੋਇਆ। ਉਸ ਦੀ ਕਮਾਂਡ ਹੇਠ ਮੰਗੋਲਾਂ ਨੇ ਉੱਤਰੀ ਚੀਨ ਦੀ ਜਿੱਤ ਪੂਰੀ ਕਰ ਲਈ ਅਤੇ ਕੋਰੀਆ ਉੱਤੇ ਪੂਰੀ ਤਰ੍ਹਾਂ ਦਬਦਬਾ ਬਣਾ ਲਿਆ। ਉਕਦੇ ਖਾਨ ਸ਼ਕਤੀਸ਼ਾਲੀ ਸੌਂਗ ਰਾਜਵੰਸ਼ ਦੇ ਖੇਤਰ ਵਿੱਚ ਦਾਖਲ ਹੋਣ ਵਿੱਚ ਕਾਮਯਾਬ ਰਿਹਾ। ਇਸ ਨੇ ਇੱਕ ਯੁੱਧ ਸ਼ੁਰੂ ਕੀਤਾ ਜੋ ਦੱਖਣੀ ਚੀਨ ਦੇ ਨਿਯੰਤਰਣ ਲਈ 40 ਸਾਲਾਂ ਤੱਕ ਚੱਲਿਆ। ਵੰਡ ਅਤੇ ਜਿੱਤ ਦੇ ਮਾਡਲ ਦੀ ਪਾਲਣਾ ਕਰਦੇ ਹੋਏ ਮੰਗੋਲ ਯੂਰਪ ਵੱਲ ਵਧਦੇ ਰਹੇ।
ਮੰਗੋਲਾਂ ਕੋਲ ਇਤਿਹਾਸ ਦੇ ਮਹਾਨ ਜਰਨੈਲਾਂ ਅਤੇ ਫੌਜੀ ਰਣਨੀਤੀਕਾਰਾਂ ਵਿੱਚੋਂ ਇੱਕ ਸੁਬੂਤਾਈ ਦੀ ਅਗਵਾਈ ਦੀ ਸਹੂਲਤ ਸੀ। ਉਸਨੇ ਚੰਗੇਜ਼ ਖਾਨ ਅਤੇ ਹੁਣ ਉਕਦੇ ਖਾਨ ਦੀ ਸੇਵਾ ਕੀਤੀ। ਸੁਬੂਤਾਈ ਇੱਕ ਸਧਾਰਨ ਮੂਲ ਦਾ ਆਦਮੀ ਸੀ, ਪਰ ਜੰਗ ਦੇ ਮੈਦਾਨ ਵਿੱਚ ਆਪਣੀਆਂ ਪ੍ਰਾਪਤੀਆਂ ਸਦਕਾ ਉਹ ਮੰਗੋਲੀਆਈ ਰਾਸ਼ਟਰ ਦੇ ਮਹਾਨ ਜਰਨੈਲ ਦੇ ਦਰਜੇ ਤੱਕ ਪਹੁੰਚਣ ਵਿੱਚ ਕਾਮਯਾਬ ਰਿਹਾ ਅਤੇ ਉਸਨੂੰ ਚੰਗੇਜ਼ ਖਾਨ ਦਾ ਨਿੱਜੀ ਮਿੱਤਰ ਵੀ ਕਿਹਾ ਜਾਂਦਾ ਸੀ। ਸੁਬੂਤਾਈ ਹਮੇਸ਼ਾ ਆਪਣੀ ਸਾਖ ਤੇ ਖਰਾ ਉਤਰਿਆ ਸੀ। ਮੰਗੋਲੀਆਈ ਫੌਜ ਦੇ ਹੋਰ ਜਰਨੈਲਾਂ ਨਾਲ ਮਿਲ ਕੇ ਉਸਨੇ ਰੂਸ ਦੇ ਵਿਰੁੱਧ ਇੱਕ ਹਮਲੇ ਦੀ ਅਗਵਾਈ ਕੀਤੀ। ਰੂਸੀ ਖੇਤਰ ਦੀ ਵਿਸ਼ਾਲਤਾ ਅਤੇ ਬੇਰਹਿਮ ਯੋਧਿਆਂ ਵਾਲੇ ਰੂਸੀ ਇਤਿਹਾਸ ਦੇ ਮੱਦੇਨਜ਼ਰ ਇਹ ਆਪਣੇ ਆਪ ਵਿੱਚ ਇੱਕ ਦਲੇਰੀ ਦਾ ਕੰਮ ਸੀ। ਪਰ ਸੁਬੂਤਾਈ ਕੋਈ ਆਮ ਜਰਨੈਲ ਨਹੀਂ ਸੀ ਅਤੇ ਨਾ ਹੀ ਉਸਦੀਆਂ ਯੁੱਧ ਨੀਤੀਆਂ ਆਮ ਸਨ। ਸੁਬੂਤਾਈ ਨੇ ਸਰਦੀਆਂ ਦੇ ਮੱਧ ਵਿੱਚ ਰੂਸ ਉੱਤੇ ਹਮਲਾ ਕੀਤਾ, 0 ਤੋਂ ਘੱਟ ਤਾਪਮਾਨ ਵਿੱਚ ਆਪਣੀਆਂ ਫੌਜਾਂ ਨਾਲ ਅੱਗੇ ਵਧਿਆ। ਮੰਗੋਲ ਯੋਧਿਆਂ ਦੇ ਬੇਮਿਸਾਲ ਲਚਕੀਲੇਪਣ ਸਦਕਾ ਮੰਗੋਲਾਂ ਨੇ ਜਿੱਤ ਪ੍ਰਾਪਤ ਕੀਤੀ। ਰੂਸੀ ਬਹਾਦਰੀ ਨਾਲ ਲੜੇ, ਪਰ ਮੰਗੋਲੀਆਈ ਯੁੱਧ ਮਸ਼ੀਨ ਨੂੰ ਰੋਕਣ ਵਿੱਚ ਅਸਮਰਥ ਰਹੇ। 1240 ਵਿੱਚ ਕੀਯੇਵ ਦੇ ਮਹਾਨ ਸ਼ਹਿਰ ਨੂੰ ਜਿੱਤ ਲਿਆ ਗਿਆ ਅਤੇ ਲੁੱਟਿਆ ਗਿਆ। ਪੋਲੈਂਡ, ਹੰਗਰੀ ਅਤੇ ਰੋਮਾਨੀਆ ਡਿੱਗਣ ਵਾਲੇ ਅਗਲੇ ਰਾਜ ਸਨ। ਇੱਥੋਂ ਤੱਕ ਕਿ ਯੂਰਪੀਅਨ ਨਾਈਟ, ਈਸਾਈ ਧਾਰਮਿਕ ਜੰਗਾਂ ਦੇ ਸਾਬਕਾ ਫੌਜੀ ਮੰਗੋਲ ਤੀਰਅੰਦਾਜ਼ਾਂ ਦਾ ਜਵਾਬ ਨਹੀਂ ਦੇ ਸਕੇ। ਦੂਜੇ ਯੂਰਪੀ ਦੇਸ਼ ਪਹਿਲਾਂ ਹੀ ਅਟਲ ਹਮਲੇ ਦੀ ਤਿਆਰੀ ਕਰ ਰਹੇ ਸਨ। ਪਰ ਮੰਗੋਲ ਸਾਮਰਾਜ ਨੂੰ ਅਚਾਨਕ ਇੱਕ ਹੋਰ ਝਟਕਾ ਲੱਗਾ, ਜਦੋਂ 1241 ਵਿੱਚ ਉਕਦੇ ਖਾਨ ਦੀ ਸ਼ਰਾਬ ਪੀਣ ਕਾਰਨ ਮੌਤ ਹੋ ਗਈ। ਜਿਵੇਂ ਕਿ ਮੰਗੋਲੀਆਈ ਰੀਤੀ ਰਿਵਾਜਾਂ ਦਾ ਹੁਕਮ ਸੀ, ਰਾਸ਼ਟਰ ਦੇ ਸਾਰੇ ਨੇਤਾਵਾਂ ਨੂੰ ਇੱਕ ਨਵੀਂ ਪ੍ਰਭੂਸੱਤਾ ਚੁਣਨ ਲਈ ਇਕੱਠੇ ਹੋਣਾ ਪਿਆ। ਇਸਨੇ ਬਾਕੀ ਯੂਰਪ ਨੂੰ ਮੰਗੋਲ ਸਾਮਰਾਜ ਦੁਆਰਾ ਆਪਣੇ ਕਬਜ਼ੇ ਵਿੱਚ ਲੈਣ ਤੋਂ ਬਚਾਇਆ। ਇਸ ਚੋਣ ਲਈ ਇਕੱਠ ਮੰਗੋਲ ਸਾਮਰਾਜ ਦੀ ਰਾਜਧਾਨੀ ਕਾਰਾਕੋਰਮ ਸ਼ਹਿਰ ਵਿੱਚ ਹੋਇਆ, ਜੋ ਮੰਗੋਲੀਆ ਵਿੱਚ ਬਣਾਇਆ ਗਿਆ ਸੀ। ਉਕਦੇ ਖਾਨ ਦੀ ਮੌਤ ਨੇ ਮੰਗੋਲੀਆਈ ਸਮਾਜ ਵਿੱਚ ਬਹੁਤ ਸਾਰੇ ਅਹਿਲਕਾਰਾਂ ਦੀ ਲਾਲਸਾ ਨੂੰ ਨੰਗਾ ਕਰ ਦਿੱਤਾ। ਹਰ ਕੋਈ ਸਾਮਰਾਜ ਵਿੱਚੋਂ ਵੱਡਾ ਹਿੱਸਾ ਪਾਲਦਾ ਸੀ। ਅਗਲੇ ਸਾਲਾਂ ਵਿੱਚ ਮਹਾਨ ਖਾਨ ਦੇ ਸਿਰਲੇਖ ਲਈ ਲੜਨ ਵਾਲੇ ਨੇਤਾਵਾਂ ਦੀ ਇੱਕ ਲੰਬੀ ਫਹਿਰਿਸਤ ਬਣ ਗਈ। ਇਸ ਨੇ ਮੰਗੋਲ ਜਥੇਬੰਦੀਆਂ ਵਿੱਚ ਹਥਿਆਰਬੰਦ ਟਕਰਾਅ ਨੂੰ ਵਧਾ ਦਿੱਤਾ। ਮਹਾਨ ਮੰਗੋਲ ਸਾਮਰਾਜ ਅਸਥਿਰਤਾ ਦੇ ਆਪਣੇ ਪਹਿਲੇ ਲੱਛਣ ਦਿਖਾ ਰਿਹਾ ਸੀ। ਸਾਲ ਬੀਤਦੇ ਗਏ ਅਤੇ ਮੰਗੋਲਾਂ ਵਿੱਚ ਆਪਸੀ ਮਤਭੇਦ ਸਾਮਰਾਜ ਨੂੰ ਕਮਜ਼ੋਰ ਕਰਦੇ ਗਏ। ਫਿਰ ਚੰਗੇਜ਼ ਖਾਨ ਦੇ ਪੋਤਿਆਂ ਵਿੱਚੋਂ ਇੱਕ ਮਸ਼ਹੂਰ ਕੁਬਲਾਈ ਖਾਨ ਨੇ ਆਪਣੇ ਛੋਟੇ ਭਰਾ ਦੀਆਂ ਫੌਜਾਂ ਨੂੰ ਹਰਾਇਆ ਅਤੇ ਮੰਗੋਲੀਆਈ ਰਾਸ਼ਟਰ ਦੇ ਸਰਵਉੱਚ ਨੇਤਾ ਦੇ ਖਿਤਾਬ ਦਾ ਦਾਅਵਾ ਕੀਤਾ। ਸਾਮਰਾਜ ਨੂੰ 4 ਮੁੱਖ ਖਾਨੇਤਾ ਭਾਵ ਖਾਨ ਇਲਾਕਿਆਂ ਵਿੱਚ ਵੰਡਿਆ ਗਿਆ। 1271 ਵਿੱਚ ਕੁਬਲਾਈ ਖਾਨ ਦੁਆਰਾ ਯੂਆਨ ਰਾਜਵੰਸ਼ ਦੀ ਸਥਾਪਨਾ ਕੀਤੀ ਗਈ ਅਤੇ ਚੀਨ ਅਤੇ ਕੋਰੀਆ ਦੇ ਖੇਤਰਾਂ ਦੀ ਕਮਾਂਡ ਕੀਤੀ ਗਈ। ਚੰਗੇਜ਼ ਖਾਨ ਦੇ ਦੂਜੇ ਪੁੱਤਰ ਚਗਤਾਈ ਨੇ ਉੱਤਰੀ ਅਫਗਾਨਿਸਤਾਨ ਵਿੱਚ ਆਪਣੇ ਸਾਮਰਾਜ ਦੀ ਸਥਾਪਨਾ ਕੀਤੀ, ਜਿਸ ਨੂੰ ਚਗਤਾਈ ਖਾਨੇਤ ਕਿਹਾ ਗਿਆ। ਗੋਲਡਨ ਹੋਰਡ ਖਾਨੇਟ ਨੇ ਰੂਸ ਅਤੇ ਹੰਗਰੀ ਦੇ ਬਹੁਤ ਸਾਰੇ ਹਿੱਸੇ ਨੂੰ ਕੰਟਰੋਲ ਕੀਤਾ, ਜੋ ਬਾਟੂ ਖਾਨ ਦੁਆਰਾ ਸਥਾਪਿਤ ਕੀਤਾ ਗਿਆ ਸੀ। ਇਲ ਖਾਨੇਤ ਪਰਸ਼ੀਆ ਵਿੱਚ ਕੇਂਦਰਿਤ ਸੀ ਅਤੇ ਹੁਲਾਗੂ ਖਾਨ ਦੁਆਰਾ ਕਮਾਂਡ ਕੀਤੀ ਜਾਂਦੀ ਸੀ। ਕੁਬਲਾਈ ਖਾਨ ਨੇ ਆਖਰੀ ਚੀਨੀ ਇਲਾਕਿਆਂ ਨੂੰ ਜਿੱਤ ਲਿਆ ਜੋ ਮੰਗੋਲੀਆਈ ਹਕੂਮਤ ਦਾ ਵਿਰੋਧ ਕਰਦੇ ਸਨ। ਉਹ ਸਾਰੇ ਚੀਨ ਉੱਤੇ ਰਾਜ ਕਰਨ ਵਾਲਾ ਪਹਿਲਾ ਵਿਦੇਸ਼ੀ ਸਮਰਾਟ ਬਣਿਆ। ਇੱਕ ਬੱਚੇ ਦੇ ਰੂਪ ਵਿੱਚ ਕੁਬਲਾਈ ਨੂੰ ਚੀਨੀ ਅਦਾਲਤ ਦੇ ਰੀਤੀ ਰਿਵਾਜਾਂ ਦੇ ਤਹਿਤ ਸਿੱਖਿਆ ਦਿੱਤੀ ਗਈ ਸੀ। ਜਲਦੀ ਹੀ ਉਹ ਇੱਕ ਪੜ੍ਹਿਆ ਲਿਖਿਆ ਆਦਮੀ ਬਣ ਗਿਆ ਅਤੇ ਉਸਨੇ ਇੱਕ ਸੱਭਿਅਕ ਜੀਵਨ ਦਾ ਆਨੰਦ ਮਾਣਿਆ, ਜਿਸ ਨੂੰ ਬਹੁਤ ਸਾਰੇ ਪਰੰਪਰਾਵਾਦੀ ਮੰਗੋਲ ਨੇਤਾਵਾਂ ਦੁਆਰਾ ਇੱਕ ਕਮਜ਼ੋਰੀ ਵਜੋਂ ਦੇਖਿਆ ਜਾਂਦਾ ਸੀ। ਕੁਬਲਾਈ ਖਾਨ ਦੀ ਸਰਕਾਰ ਦੰਗਿਆਂ ਅਤੇ ਸਿਆਸੀ ਸਾਜ਼ਿਸ਼ਾਂ ਨਾਲ ਭਰੀ ਸੀ। ਉਸਦੇ ਖੇਤਰੀ ਪ੍ਰਸ਼ਾਸਨ ਦੇ ਚੰਗੇ ਨਤੀਜੇ ਨਹੀਂ ਆ ਰਹੇ ਸਨ ਅਤੇ ਸਾਮਰਾਜ ਦੇ ਵੱਖ-ਵੱਖ ਇਲਾਕਿਆਂ ਵਿੱਚ ਵਿਦਰੋਹ ਅਕਸਰ ਹੁੰਦੇ ਰਹਿੰਦੇ ਸਨ। ਇੱਕ ਯੋਧਾ ਰਾਸ਼ਟਰ ਦੇ ਨੇਤਾ ਦੇ ਰੂਪ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਿੱਚ ਕੁਬਲਾਈ ਖਾਨ ਨੇ ਜਾਪਾਨ ਵੱਲ ਆਪਣਾ ਧਿਆਨ ਮੋੜਦੇ ਹੋਏ ਨਵੇਂ ਖੇਤਰਾਂ ਨੂੰ ਜਿੱਤਣ ਦੀ ਯੋਜਨਾ ਬਣਾਈ। ਮੰਗੋਲ ਸਾਮਰਾਜ ਦੇ ਮੁਕਾਬਲੇ ਜਾਪਾਨ ਇੱਕ ਛੋਟਾ ਅਤੇ ਗਰੀਬ ਦੇਸ਼ ਸੀ। ਇਹ ਜਿੱਤਣ ਲਈ ਇੱਕ ਆਸਾਨ ਟੀਚੇ ਵਾਂਗ ਜਾਪਦਾ ਸੀ। ਚੀਨੀ ਕਿਸ਼ਤੀਆਂ ਦੀ ਵਰਤੋਂ ਕਰਦੇ ਹੋਏ ਮੰਗੋਲਾਂ ਨੇ ਇੱਕ ਵੱਡਾ ਬੇੜਾ ਇਕੱਠਾ ਕੀਤਾ ਅਤੇ ਜਾਪਾਨੀ ਤੱਟ ਲਈ ਰਵਾਨਾ ਕਰ ਦਿੱਤਾ, ਪਰ ਉਹਨਾਂ ਨੂੰ ਅਚਾਨਕ ਮੌਸਮ ਵਿੱਚ ਤਬਦੀਲੀ ਦਾ ਸਾਹਮਣਾ ਕਰਨਾ ਪਿਆ। ਜਾਪਾਨੀ ਸਮੁੰਦਰ ਵਿੱਚ ਇੱਕ ਮਜ਼ਬੂਤ ਤੂਫਾਨ ਆ ਗਿਆ ਅਤੇ ਮੰਗੋਲੀਆਈ ਬੇੜਾ ਚਕਨਾਚੂਰ ਹੋ ਗਿਆ। ਉਹਨਾਂ ਦੀਆਂ ਕਿਸ਼ਤੀਆਂ ਪਲਟ ਗਈਆਂ ਜਾਂ ਇੱਕ ਦੂਜੇ ਨਾਲ ਜਾ ਟਕਰਾਈਆਂ, ਜਿਸ ਕਾਰਨ ਗੰਦਲੇ ਪਾਣੀਆਂ ਵਿੱਚ ਹਜ਼ਾਰਾਂ ਯੋਧੇ ਮਾਰੇ ਗਏ। ਜਾਪਾਨੀਆਂ ਨੇ ਕਾਮੀਕਾਜ਼ੇ ਦੀਆਂ ਤੇਜ਼ ਰੱਬੀ ਹਵਾਵਾਂ ਨੂੰ ਇਸ ਦਾ ਧੰਨਵਾਦ ਦਿੱਤਾ। ਉਹ ਮੰਨਦੇ ਸਨ ਕਿ ਕੇਵਲ ਦੈਵੀ ਦਖਲ ਹੀ ਜਾਪਾਨ ਨੂੰ ਮੰਗੋਲਾਂ ਦੇ ਕਹਿਰ ਤੋਂ ਬਚਾ ਸਕਦਾ ਹੈ। 1281 ਵਿੱਚ ਮੰਗੋਲਾਂ ਨੇ ਜਾਪਾਨ ਉੱਤੇ ਹਮਲਾ ਕਰਨ ਲਈ ਇੱਕ ਵਾਰ ਫਿਰ ਸਮੁੰਦਰ ਪਾਰ ਕੀਤਾ। ਇਸ ਵਾਰ ਹਾਲਾਂਕਿ ਜਾਪਾਨੀ ਜਲ ਸੈਨਾ ਤਿਆਰ ਸੀ ਅਤੇ ਉਹਨਾਂ ਦੀਆਂ ਵੱਧ ਰਹੀਆਂ ਫੌਜਾਂ ਨੂੰ ਰੋਕਣ ਲਈ ਪ੍ਰਬੰਧਿਤ ਸੀ।
ਕੁਝ ਮੰਗੋਲ ਜਹਾਜ਼ ਜੋ ਜਾਪਾਨੀ ਕਿਨਾਰਿਆਂ ਤੇ ਪਹੁੰਚੇ, ਉਨ੍ਹਾਂ ਕੋਲ ਜਾਪਾਨੀ ਸਮੁਰਾਈ ਲੜਾਕਿਆਂ ਨੂੰ ਹਰਾਉਣ ਲਈ ਲੋੜੀਂਦੇ ਯੋਧੇ ਨਹੀਂ ਸਨ। ਆਪਣੀ ਜ਼ਮੀਨ ਦੀ ਰੱਖਿਆ ਕਰਨ ਦੀ ਲੋੜ ਤੋਂ ਪ੍ਰੇਰਿਤ ਹੋ ਕੇ ਉਹ ਸਮੁਰਾਈ ਲੜਾਕੇ ਬੜੀ ਬਹਾਦਰੀ ਨਾਲ ਲੜੇ। ਜਾਪਾਨ ਦੇ ਵਿਰੁੱਧ ਵਿਨਾਸ਼ਕਾਰੀ ਹਮਲਿਆਂ ਤੋਂ ਬਾਅਦ ਕੁਬਲਾਈ ਖਾਨ ਦੇ ਰਾਜ ਨੂੰ ਵੱਡੀ ਸੱਟ ਲੱਗੀ। ਹੌਲੀ-ਹੌਲੀ ਮੰਗੋਲ ਸਾਮਰਾਜ ਟੁੱਟਣਾ ਸ਼ੁਰੂ ਹੋ ਗਿਆ। ਅਸੰਗਠਿਤ ਲੀਡਰਸ਼ਿਪ ਦੀ ਘਾਟ ਨੇ ਬਗਾਵਤਾਂ ਅਤੇ ਨਵੇਂ ਰਾਜਾਂ ਦੇ ਉਭਾਰ ਲਈ ਜਗ੍ਹਾ ਖੋਲ੍ਹ ਦਿੱਤੀ, ਜਿਸ ਨੇ ਮੰਗੋਲਾਂ ਨੂੰ ਉਨ੍ਹਾਂ ਦੇ ਪੁਰਾਣੇ ਇਲਾਕਿਆਂ ਤੋਂ ਬੇਦਖਲ ਕਰਨਾ ਸ਼ੁਰੂ ਕਰ ਦਿੱਤਾ। ਮੰਗੋਲ ਸਾਮਰਾਜ ਅਧਿਕਾਰਤ ਤੌਰ ਤੇ 1368 ਤੱਕ ਚੱਲਿਆ ਅਤੇ ਅੰਤ ਵਿੱਚ ਭੰਗ ਹੋ ਗਿਆ। ਜ਼ਿਆਦਾਤਰ ਮੰਗੋਲ ਖਾਨਾ ਬਦੋਸ਼ਾ ਦੇ ਰੂਪ ਵਿੱਚ ਆਪਣੇ ਵਤਨ ਪਰਤ ਆਏ। ਅੱਜ ਕੱਲ੍ਹ ਵੀ ਮੰਗੋਲੀਆਈ ਚਰਾਗਾਹਾਂ ਵਿੱਚ ਬਹੁਤ ਸਾਰੇ ਲੋਕ ਹਨ ਜੋ ਇੱਕ ਸਾਦਾ ਜੀਵਨ ਜਿਉਂਦੇ ਹਨ, ਪਰ ਉਹਨਾਂ ਦੀਆਂ ਕਹਾਣੀਆਂ ਉਹਨਾਂ ਦੇ ਪੁਰਖਿਆਂ ਦੇ ਮਾਣ ਨੂੰ ਸਦਾ ਜਿਉਂਦਾ ਰੱਖਣਗੀਆਂ, ਜਿਨ੍ਹਾਂ ਨੇ ਕਦੇ ਆਪਣੇ ਤੀਰਾਂ ਨਾਲ ਸੂਰਜ ਨੂੰ ਟੱਕਿਆ ਅਤੇ ਆਪਣੇ ਘੋੜਿਆਂ ਦੇ ਖੁਰਾਂ ਹੇਠ ਧਰਤੀ ਨੂੰ ਕੰਬਾ ਕੇ ਰੱਖ ਦਿੱਤਾ ਸੀ। ਸਮਾਂ ਦੇਣ ਲਈ ਧੰਨਵਾਦ।